ਸ਼ੁਰੂ ਕਰਨੇ ਆ ਅੱਲਾਹ ਤਾਲਾ ਦੇ ਸੋਹਣੇ ਨਾਂ ਤੋਂ, ਜਿਹੜਾ ਬੜਾ ਹੀ ਮਿਹਰਬਾਨ ਤੇ ਨਿਹਾਇਤ ਰਹਿਮ ਵਾਲਾ ਹੈ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਿਹਤ ਤੇ ਤੰਦਰੁਸਤੀ ਵਾਲੀ ਲੰਬੀ ਜ਼ਿੰਦਗੀ ਦੇਵੇ। ਆਮੀਨ ਸੁਮਾ ਆਮੀਨ। ਦੋਸਤੋ, ਅੱਲਾਹ ਤਾਲਾ ਦੇ ਫਜ਼ਲੋ ਕਰਮ ਦੇ ਨਾਲ, ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਈਦ ਉਲ ਅਜ਼ਹਾ ਬਖੈਰ ਆਫੀਅਤ ਗੁਜ਼ਰ ਗਈ ਹੈ। ਅੱਜ ਤੀਸਰਾ ਦਿਨ ਹੈ। ਈਦ ਦੇ ਦਿਨਾਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਸਾਨੂੰ ਦੱਸਿਆ ਗਿਆ ਸ਼ਰਈ ਤੌਰ 'ਤੇ ਕੁਰਬਾਨੀ ਦਾ ਤਰੀਕਾਕਾਰ, ਉਸ ਤਰੀਕੇ ਦੇ ਨਾਲ ਲੋਕਾਂ ਨੇ ਕੁਰਬਾਨੀ ਤਾਂ ਕੀਤੀ ਹੈ, ਲੇਕਿਨ ਜਿਹੜਾ ਅੱਗੇ ਤਕਸੀਮ ਦਾ ਅਮਲ ਹੈ ਉਹਦੇ ਵਿੱਚ ਚੰਦ ਇੱਕ ਵਾਕਿਆਤ ਐਸੇ ਸੁਣਨ ਨੂੰ ਮਿਲੇ ਨੇ ਕਿ ਲੱਗਦਾ ਨਹੀਂ ਸੀ ਕਿ ਕੁਰਬਾਨੀ ਕੀਤੀ ਗਈ ਹੈ। ਚੈਨਲ 'ਤੇ ਨਵੇਂ ਆਉਣ ਵਾਲੇ ਦੋਸਤਾਂ ਦੀ ਗੁਜ਼ਾਰਿਸ਼ ਹੈ, ਚੈਨਲ ਨੂੰ ਸਬਸਕ੍ਰਾਈਬ ਨਹੀਂ ਅਗਰ ਕੀਤਾ ਤੇ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਮੈਂ ਰਾਤ ਨੂੰ ਸੁਣਿਆ ਇੱਕ ਦੋਸਤ ਜਿਹਨੇ ਕੁਰਬਾਨੀ ਕੀਤੀ ਸੀ, ਉਹਨੂੰ ਮੈਂ ਜਦੋਂ ਪੁੱਛਿਆ ਕਿ ਸੁਣਾ ਭਾਈ ਕੁਰਬਾਨੀ ਕਰ ਲਈ ਮਾਸ਼ਾਅੱਲਾ, ਤੇ ਉਹਨੇ ਕਿਹਾ ਹਾਂ ਜੀ ਬੜੀ ਜ਼ਬਰਦਸਤ ਕੁਰਬਾਨੀ ਕੀਤੀ ਹੈ। ਆਪਣਾ ਜਾਨਵਰ ਖਰੀਦਿਆ ਸੀ ਔਰ ਸਾਰੇ ਹਿੱਸੇ ਆਪਣੇ ਸਨ, ਤੇ ਆਪਣੇ ਜਿਹੜੇ ਤਲਕਾਤ ਵਾਲੇ ਸਨ, ਪਿਆਰ ਮੁਹੱਬਤ ਵਾਲੇ ਲੋਕ, ਉਹਨਾਂ ਨੂੰ ਕੁਰਬਾਨੀ ਦਾ ਗੋਸ਼ਤ ਦੇ ਕੇ ਖੁਸ਼ ਕਰ ਦਿੱਤਾ। ਔਰ ਚੰਦ ਕੁ ਦੋਸਤ ਨਾ ਖੁਸ਼ ਵੀ ਹੋਏ ਨੇ ਕਿ ਇਹ ਕਹਿ ਕੇ ਕਿ ਥੋੜ੍ਹਾ ਗੋਸ਼ਤ ਦਿੱਤਾ ਜੇ। ਤੇ ਮੈਂ ਕਿਹਾ ਕਿ ਨਹੀਂ ਯਾਰ, ਬਸ ਜੋ ਹੋ ਸਕਦਾ ਸੀ। ਮੈਂ ਉਹਨੂੰ ਦੁਹਰਾਇਆ ਕਿ ਕੀ ਤਲਕ ਵਾਲਿਆਂ ਨੂੰ ਦਿੱਤਾ? ਹਾਂ ਹਾਂ, ਕਿਉਂ ਨਹੀਂ, ਤਲਕ ਵਾਲੇ ਕਿਉਂਕਿ ਬੜੀ ਦੁਨੀਆ ਤੇ ਉਹਨਾਂ ਨੂੰ ਗੋਸ਼ਤ ਦਿੱਤਾ। ਬੜੇ ਤਲਕ ਵਾਲੇ ਲੋਕ ਸਨ ਜਿਹੜੇ। ਤੇ ਮੈਂ ਕਿਹਾ ਯਾਰ, ਜਿਹੜਾ ਤੀਜਾ ਹਿੱਸਾ ਹੁੰਦਾ, ਇੱਕ ਹਿੱਸਾ ਆਪਣਾ ਹੁੰਦਾ ਬੰਦੇ ਦਾ ਤੇ ਦੂਸਰਾ ਹੁੰਦਾ ਰਿਸ਼ਤੇਦਾਰਾਂ ਦਾ, ਤੀਸਰਾ ਮਾੜੇ ਗਰੀਬ ਲੋਕਾਂ ਦਾ, ਤੰਗ ਦਸਤ ਲੋਕਾਂ ਦਾ, ਜਿਹੜੇ ਸਾਰਾ ਸਾਲ ਗੋਸ਼ਤ ਨਹੀਂ ਖਾ ਸਕਦੇ, ਉਹਨਾਂ ਦਾ ਹੁੰਦਾ। ਤੇ ਉਹਨਾਂ 'ਚੋਂ ਵੀ ਕਿਸੇ ਨੂੰ ਦਿੱਤਾ ਹੀ। ਆਂਦਾ ਯਾਰ, ਸਾਡੇ ਮਹੱਲੇ 'ਚ ਜਾਂ ਸਾਡੇ ਜਿਹੜੇ ਤਲਕਦਾਰ ਸਨ ਉਹਨਾਂ ਸਾਰਿਆਂ ਨੂੰ ਭੁਗਤਾ ਦਿੱਤਾ। ਤੇ ਮੈਂ ਬੜਾ ਹੈਰਾਨ ਹੋਇਆ ਔਰ ਪਰੇਸ਼ਾਨ ਵੀ ਹੋਇਆ ਕਿ ਦੇਖੋ, ਕੁਰਬਾਨੀ ਦਾ ਜਿਹੜਾ ਮਕਸਦ ਹੈ ਸ਼ਾਇਦ ਉਹ ਭੁੱਲ ਗਏ ਅਸੀਂ, ਜਾਂ ਸਾਨੂੰ ਯਾਦ ਨਹੀਂ ਰਿਹਾ, ਜਾਂ ਅਸੀਂ ਮਕਸਦ ਹੀ ਇਹ ਸਮਝ ਲਿਆ ਕਿ ਕੁਰਬਾਨੀ ਸਿਰਫ ਤਲਕ ਨਿਭਾਉਣ ਦੇ ਨਾਲ ਹੈ ਕਿ ਤਲਕਾਤੀ ਲੋਕਾਂ ਦੇ ਨੂੰ ਗੋਸ਼ਤ ਦੇ ਦਿੱਤਾ ਜਾਏ ਔਰ ਕੁਰਬਾਨੀ ਹੋ ਜਾਂਦੀ ਹੈ। ਦੋਸਤੋ, ਕਿਆ ਇਹ ਗੱਲ ਸਹੀ ਹੈ ਜਾਂ ਗਲਤ ਹੈ? ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਲਾਜ਼ਮੀ ਦੱਸਿਆ ਜੇ। ਜਿਉਂਦੇ ਰਹੋ, ਵਸਦੇ ਰਹੋ, ਅੱਲਾ ਨਿਗਹਿਬਾਨ।